रिकॉर्डिंग करनी भूल गए सी। सो माइक्रोस्टेट्स एंड मैक्रोस्टेट्स ऑफ द सिस्टम ऑफ पार्टिकल्स। सो डिस्टिंक्ट अरेंजमेंट ऑफ द पार्टिकल्स ऑफ द सिस्टम इज कॉल्ड इट्स माइक्रोस्टेट्स। तो इस केस ਦੇ ਵਿੱਚ ਆਪਣੇ ਕੋਲ ਪਤਾ ਹੈ ਬੇਟਾ, ਅਗਰ ਦੋ ਬਾਕਸ ਦੇ ਵਿਚਕਾਰ ਅਗਰ ਆਪਾਂ 3 ਪਾਰਟੀਕਲਸ ਨੂੰ ਡਿਸਟ੍ਰੀਬਿਊਟ ਕਰਨ ਦੀ ਗੱਲ ਕਰਦੇ ਆ ਤਾਂ 2^3 ਦਾ ਕਨਸੈਪਟ ਆਉਂਦਾ ਹੈ। ਸੋ ਇਟ ਟਰਨਸ ਆਊਟ ਟੂ ਬੀ 2^3 which is equal to 8। ਸੋ ਅਗਰ ਦੋ ਬਾਕਸ ਦੇ ਵਿਚਕਾਰ 3 ਪਾਰਟੀਕਲ ਡਿਸਟ੍ਰੀਬਿਊਟ ਕਰੋਗੇ, ਡਿਸਟਿੰਗੁਇਸ਼ੇਬਲ ਪਾਰਟੀਕਲ ਹੈ, ਤਾਂ ਆਪਣੇ ਕੋਲ ਆਨਸਰ 8 ਕੰਬੀਨੇਸ਼ਨਸ ਆਣਗੇ। ਸੋ these will be the 8 distinct microstates of the system। So that is there are 8 microstates in which the system can exist। So 8 ਦੇ ਵਿੱਚੋਂ ਕਿਸੇ ਵਿੱਚ ਵੀ ਪਾਰਟੀਕਲ ਤੁਹਾਡਾ ਰਿਜ਼ਾਈਡ ਕਰ ਸਕਦਾ ਹੈ, ਕਿਸੇ ਵੀ ਕੰਬੀਨੇਸ਼ਨ ਦੇ ਵਿੱਚ ਐਗਜ਼ਿਸਟ ਕਰ ਸਕਦਾ ਹੈ, ਅਗਰ ਆਪਾਂ ਆਪਾਂ ਕੋਈ ਆਪਰੇਸ਼ਨ ਕੈਰੀ ਆਊਟ ਕਰਦੇ ਜਾਂ ਕੋਈ ਪ੍ਰੈਕਟਿਸ ਕਰਦੇ ਹਾਂ। So thus a microstate is the distribution of distinguishable particles among themselves। इसका मतलब ये हो गया कि अपने को ਜਿਹੜੀ ਮਾਈਕਰੋਸਟੇਟਸ ਹੈ ਉਹ ਡਿਸਟ੍ਰੀਬਿਊਸ਼ਨ ਆਫ ਡਿਸਟਿੰਗੁਇਸ਼ੇਬਲ ਪਾਰਟੀਕਲਸ ਹੈ, ਉਹ among themselves ਦੀ ਕੋਰਸਪੋਂਡਿੰਗ ਆਉਂਦਾ ਹੈ। So each microstate of the system has a same equally priori probability। हर एक microstate ਦੀ probability same ਹੋਏਗੀ। अगर ਤੁਹਾਡੇ ਕੋਲ 8 states ਬਣਦੀਆਂ ਉਹਦੀ ਕੋਰਸਪੋਂਡਿੰਗ 1/8 ਦੀ probability ਸਾਰਿਆਂ ਦੀ ਹੋ ਜਾਏਗੀ। So macrostate ਕੀ ਹੋਏਗਾ ਬੇਟਾ? Arrangement of the particle of the system without distinguishing them from one another is called a macrostate। अगर ਆਪਾਂ ਸਪੋਜ਼ ਕਰੋ ਕਿ ਆਪਣੇ ਕੋਲ 3 ਪਾਰਟੀਕਲ ਹੈ, 3 ਪਾਰਟੀਕਲ ਆਪਾਂ ਦੋ ਬਾਕਸ ਦੇ ਵਿੱਚ ਡਿਸਟ੍ਰੀਬਿਊਟ ਕਰਦੇ ਹਾਂ, ਤਾਂ ਆਪਣੇ ਕੋਲ ਕੀ ਹੋ ਗਿਆ ਬੇਟਾ? ਆਪਣੇ ਕੋਲ ਕੀ ਆਏਗਾ? ਹੋ ਸਕਦਾ ਹੈ ਆਪਣੇ ਕੋਲ ਤਿੰਨੋਂ ਪਾਰਟੀਕਲ ਸੇਮ ਬਾਕਸ ਦੇ ਵਿੱਚ ਆ ਜਾਣ, ਹੋ ਸਕਦਾ ਹੈ ਪਹਿਲੇ ਵਾਲੇ ਵਿੱਚ ਆ ਜਾਣ, ਹੋ ਸਕਦਾ ਲਾਸਟ ਵਾਲੇ ਵਿੱਚ ਆ ਜਾਣ। ਇਹ ਵਾਲੀ ਦੋਨੋਂ ਕੰਬੀਨੇਸ਼ਨ ਜਿਹਦੇ ਵਿੱਚ ਇਹ ਲਿਖਿਆ ਹੋਇਆ ਹੈ ABC and to cross and cross ABC। तो ये दोनों की अरेंजमेंट हो गई बेटा, ਉਹਦੀ ਕੋਰਸਪੋਂਡਿੰਗ ਆਪਣੇ ਕੋਲ ਜਿਹੜੇ ਆ ਰਿਜ਼ਲਟ ਬਣਨਗੇ। ਸੋ ਆਪਾਂ ਦੇਖ ਸਕਦੇ ਹਾਂ ਇਹਨਾਂ ਨੇ ਪ੍ਰੋਪਰਲੀ ਲਿਖਿਆ ਹੋਇਆ। ਸੋ ਅਰੇਂਜਮੈਂਟ ਬਣ ਕੀ ਹੈ ਬੇਟਾ? ਤਿੰਨੋਂ ਪਾਰਟੀਕਲ ਜਿਹੜੇ ਹੈ ਇੱਕ ਬਾਕਸ ਦੇ ਵਿੱਚ, ਉਸ ਤੋਂ ਬਾਅਦ ਤੀਸਰੇ ਬਾਕਸ ਵਿੱਚ ਕੁਝ ਨਹੀਂ ਹੈ। ਉਸ ਤੋਂ ਬਾਅਦ ਹੁਣ ਜਿਹੜੀ ਮੇਨ ਚੀਜ਼ ਆ ਜਾਂਦੀ ਹੈ ਮਾਈਕਰੋਸਟੇਟਸ ਐਂਡ ਮੈਕਰੋਸਟੇਟਸ ਦੇ ਕੋਰਸਪੋਂਡਿੰਗ ਜਿਹੜਾ ਰਿਜ਼ਲਟ ਬਣੇਗਾ ਉਹ ਆਪਾਂ ਗੱਲ ਕਰ ਲੈਂਦੇ ਹਾਂ। ਇਹ ਸਾਰੀਆਂ ਜਿਹੜੀਆਂ ਮਾਈਕਰੋਸਟੇਟਸ ਹੈ, ਮਤਲਬ ਕੀ ਹੈ ਕਿ ਆਪਣੇ ਕੋਲ ਇੱਕ ਬਾਕਸ ਦੇ ਵਿੱਚ ਦੋ ਪਾਰਟੀਕਲ ਤੇ ਦੂਸਰੇ ਬਾਕਸ ਦੇ ਵਿੱਚ ਇੱਕ ਪਾਰਟੀਕਲ ਪਿਆ ਹੋਇਆ ਹੈ। ਪਹਿਲੇ ਵਾਲੇ 'ਚ ਦੋ ਪਾਰਟੀਕਲ ਆ ਗਏ, ਦੂਸਰੇ ਵਾਲੇ ਵਿੱਚ ਇੱਕ ਪਾਰਟੀਕਲ ਆ ਗਿਆ। ਉਹਦੀ ਕੋਰਸਪੋਂਡਿੰਗ ਅਗਰ ਪਾਰਟੀਕਲ ਡਿਸਟ੍ਰੀਬਿਊਸ਼ਨਲ ਹੈ ਤਾਂ ਕੀ ਹੋਏਗਾ? देयर may be AB, देयर may be AC, देयर may be BC। मतलब पहला ਤੇ ਦੂਜਾ ਪਾਰਟੀਕਲ ਪਹਿਲੇ ਬਾਕਸ ਆ ਸਕਦਾ ਹੈ, ਜਾਂ ਫਿਰ ਪਹਿਲਾ ਤੀਜਾ ਪਾਰਟੀਕਲ ਆ ਸਕਦਾ ਹੈ, ਜਾਂ ਫਿਰ ਦੂਸਰਾ ਤੇ ਤੀਸਰਾ ਪਾਰਟੀਕਲ ਪਹਿਲੇ ਬਾਕਸ ਵਿੱਚ ਆ ਸਕਦਾ ਹੈ। ठीक है जी। तो ਇਹਦੇ ਕੋਰਸਪੋਂਡਿੰਗ ਆਪਣੇ ਕੋਲ 3 ਕੰਬੀਨੇਸ਼ਨ ਬਣਨਗੇ। ਸੋ all these 3 combinations are the number of microstates corresponding to a given macrostate। so macrostate ਕਿਹੜੀ ਹੋਗੀ ਬੇਟਾ? ਇਹਦੀ ਮੈਕਰੋਸਟੇਟ ਹੋਏਗੀ 2, 1। मतलब पहले वाले से दो पार्टिकल, दूसरे वाले से एक पार्टिकल हो गया। सो दिस विल बी अ मैक्रोस्टेट। लेकिन हुण अपने को माइक्रोस्टेट्स कितनी हो गई बेटा? माइक्रोस्टेट्स हो सकती है पहला दूसरा पार्टिकल पहले में जाएगा, पहले बॉक्स जाएगा, हो सकता है पहला तीसरा आ जाए, हो सकता है दूसरा तीसरा पार्टिकल पहले बॉक्स आ जाए। उसी करके अपने को नंबर ऑफ अरेंजमेंट्स कितने हो गए? 3 हो गए। सो दीज आर द नंबर ऑफ माइक्रोस्टेट्स कॉरस्पॉन्डिंग टू द मैक्रोस्टेट दैट इज 2, 1। तो अपने को मैक्रोस्टेट सिंगल होएगी, नंबर ऑफ माइक्रोस्टेट्स ज्यादा हो सकती है डिपेंडिंग ऑन दी अवेलेबल कॉम्बिनेशन। सिमिलरली अगर अपने को पहले बॉक्स के ਵਿੱਚ ਇੱਕ ਪਾਰਟੀਕਲ ਆ ਰਿਹਾ ਹੈ तो दूसरे बॉक्स के ਵਿੱਚ ਦੋ ਪਾਰਟੀਕਲ ਆ ਰਿਹਾ ਹੈ, ਉਹਦੀ ਕੋਰਸਪੋਂਡਿੰਗ ਹੋ ਸਕਦਾ ਹੈ ਦੂਸਰਾ ਤੀਸਰਾ ਆ ਜੇ, ਤੇ ਪਹਿਲਾ ਤੀਜਾ ਜਾਂ ਫਿਰ ਪਹਿਲਾ ਦੂਜਾ ਪਾਰਟੀਕਲ ਪਹਿਲੇ ਦੂਸਰੇ ਬਾਕਸ ਵਿੱਚ ਆ ਸਕਦਾ ਹੈ। तो ये वाली मैक्रोस्टेट ਕਿਹੜੀ ਹੋਗੀ? इट विल बी 1, 2। मतलब पहले बॉक्स ਦੇ ਵਿੱਚ ਇੱਕ ਪਾਰਟੀਕਲ, ਦੂਸਰੇ ਬਾਕਸ ਦੇ ਵਿੱਚ ਦੋ ਪਾਰਟੀਕਲ। ਸੋ ਤਿੰਨ ਕੰਬੀਨੇਸ਼ਨ ਇਹਦੇ ਹੋਣਗੇ। ਉਸ ਤੋਂ ਬਾਅਦ फोर्थ वन ये वाली मैक्रोस्टेट केड़ी होएगी? इट विल बी 0, 3। सो मतलब पहले बॉक्स में कोई पार्टिकल नहीं, दूसरे बॉक्स के विच 3 पार्टिकल हो गए। सो 0, 3 के कोरस्पोंडिंग अपने को एक माइक्रोस्टेट आएगी एंड 3, 0 के कोरस्पोंडिंग एक माइक्रोस्टेट आएगी। लेकिन 2, 1 एंड 1, 2 के कोरस्पोंडिंग अपने को 3 माइक्रोस्टेट्स आएंगे। So each one of them is called a macrostate of the system। तो अपने को मैक्रोस्टेट कितनी होंगी बेटा? 1, 2, 3 एंड 4। सो अपने को टोटल नंबर ऑफ मैक्रोस्टेट्स 4 हो गया एंड हर एक मैक्रोस्टेट के कोरस्पोंडिंग अपने को पहला एक सी, ਉਹਦੇ ਕੋਰਸਪੋਂਡਿੰग 3 ਆ ਗਿਆ, ਉਹਦੇ ਕੋਰਸਪੋਂਡਿੰਗ 3 ਹੋ ਗਿਆ ਐਂਡ ਇਹਦੇ ਕੋਰਸਪੋਂਡਿੰਗ 1 ਹੋ ਗਈ। तो हर एक मैक्रोस्टेट के कोरस्पोंडिंग अपने को डिस्टिंक्ट अरेंजमेंट होंगे ਜਿਹੜੇ ਕਿ ਫੀजिबल होंगे। तो thus the number of particles in 2 compartments defines the macrostate of the system। so number of particle ਜਿਹੜੇ ਹੈ ਪਹਿਲੇ ਬਾਕਸ ਵਿੱਚ ਅਗਰ ਦੋ ਪਾਰਟੀਕਲ ਹੈ ਤੇ ਦੂਸਰੇ ਵਿੱਚ ਇੱਕ ਪਾਰਟੀਕਲ ਹੈ, ਉਹ ਕੀ ਹੋ ਗਿਆ ਬੇਟਾ? number of particle in a box ਨੂੰ ਡੈਸਿਗਨੇਟ ਕੀਤਾ ਜਾਏਗਾ ਐਂਡ ਇਹਨੂੰ ਆਪਾਂ ਮੈਕਰੋਸਟੇਟ ਕਹਾਂਗੇ। ठीक है जी। so number of particles in 2 boxes defines the macrostate of the system। accordingly a macrostate is
in which there are two particles in compartment number 1 and one particle in the another, it is written by 2 comma 1। तो ਜਿਹੜੀ ਚੀਜ਼ ਮੈਂ ਆਲਰੇਡੀ ਦੱਸੀ ਹੋਈ ਹੈ, so 30 21 12 and 03 combination, ਇਹ ਸਾਰੇ ਸਾਰੀਆਂ ਚੀਜ਼ਾਂ ਤੁਸੀਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ। so that there is only one microstate each in the microstates, मतलब इस अरेंजमेंट के कॉरस्पॉन्डिंग कॉम्बिनेशन है, इस अरेंजमेंट के कॉरस्पॉन्डिंग भी कॉम्बिनेशन है, तो इनकी कॉरस्पॉन्डिंग अपने को एक एक माइक्रोस्टेट ही बनेगी। So it is found that when n particles are to be distributed in the two compartments, तो अपने को करना आंसर आता है बेटा n plus 1 macrostates and 2 raised to power n माइक्रोस्टेट्स अपने को आंदी है। तो जी याद रखने वाली है बेटा, अगर n पार्टिकल्स दो बॉक्स में डिस्ट्रीब्यूट कर रहे हो, अगर अपने को तीन पार्टिकल्स ही तो नंबर ऑफ माइक्रोस्टेट्स कितनी आ गई बेटा 3 plus 1 equal to 4। तो अभी 1 2 3 and 4 हो गया। उसके बाद 2 raised to power n मतलब कि 2 raised to power 3 is equal to 8 combinations, 8 माइक्रोस्टेट्स अपने को एग्जिस्ट करने के। सो n plus 1 and 2 raised to power n वाला रूल ਤੁਸੀਂ हमेशा याद रखना है। So thermodynamical probability of frequency, तो thermodynamical probability of frequency अपने को आएगी number of microstates in a given microstate is called the thermodynamical probability of that microstate। so microstate ਦੀ ਹੋਣ ਦੀ probability ਕੌਣ ਦੱਸੇਗਾ, ਉਹਦੇ ਕੇਸ ਵਿੱਚ ਕਿੰਨੀਆਂ microstates ਅਵੇਲੇਬਲ ਹੈ। तो इस केस ਦੇ ਵਿੱਚ ਆਪਣੇ ਕੋਲ ਕੀ ਸੀਗਾ बेटा, इस केस ਦੇ ਵਿੱਚ ਆਪਣੇ ਕੋਲ 3 microstates है, इस करके ਇਹਦੀ ਹੋਣ ਦੀ thermodynamical probability ਜ਼ਿਆਦਾ ਹੋਏਗੀ as compared to first one। ठीक है जी। सो फर्स्ट वाले दी अपने को की हो गया बेटा, फर्स्ट वाला ਕਿਹੜਾ ਸੀਗਾ बेटा 30 कॉम्बिनेशन, ਉਹਦੀ ਥਰਮੋਡਾਇਨਾਮਿਕਲ ਪ੍ਰੋਬੈਬਿਲਿਟੀ 1 ਆ ਗਈ। ਉਸ ਤੋਂ ਬਾਅਦ ਉਹਦੇ ਵਿੱਚ ਇੱਕੋ ਮਾਈਕਰੋਸਟੇਟ ਹੈ। 03 ਵਾਲੇ ਕੇਸ ਦੇ ਵਿੱਚ ਵੀ 1 ਹੋ ਗਈ, 21 ਵਾਲੇ ਕੇਸ ਦੇ ਵਿੱਚ ਕੀ ਹੋ ਗਿਆ 3 ਹੋ ਗਿਆ, 3 ਹੋ ਗਿਆ तो corresponding अपने को रिजल्ट आएंगे। so w depend upon the distinguishable or indistinguishable nature of the particles। so डिपेंड तेरा थर्मोडायनामिकल प्रोबेबिलिटी है। तो अगर अपने को की हो गया बेटा, अगर आप देख सकते हैं अगर पार्टिकल डिस्टिंग्विशेबल है तो पार्टिकल अपने को 3 कॉम्बिनेशन आएंगे, अगर पार्टिकल इनडिस्टिंग्विशेबल हो गए तो AB का मतलब AC का मतलब एंड BC का मतलब सारा का मतलब ही सेम हो जाएगा। तो अल्टीमेटली अपने को पार्टिकल अगर डिस्टिंग्विशेबल है तो अपने को माइक्रोस्टेट्स अलग होंगे, अगर नंबर ऑफ माइक्रोस्टेट्स अगर अपने को माइक्रोस्टेट जड़ी है वो पार्टिकल है और इनडिस्टिंग्विशेबल है तो उस केस में अपने को की हो जाएगा, अपने को जो नंबर ऑफ माइक्रोस्टेट्स बन गई है वो सिंगल ही बनेगी। सो इट विल ओनली डिपेंडेंट ऑन दी whether the particles are distinguishable or indistinguishable nature of the particles। तो अल्टीमेटली जो थर्मोडायनामिकल प्रोबेबिलिटी है वो पार्टिकल के नेचर के ऊपर डिपेंड करेगी। So thermodynamical probability of a macrostate depend upon whether the particles are distinguishable or not। If a particle cannot be distinguished from one another, then each macrostate has only one microstate, so the thermodynamical probability will be equal to 1। ये चीज अपन पूरे डिस्कस कर चुके हैं बेटा। The next thing is relationship between thermodynamical probability and probabilities of macrostate and microstate। सो इस चीज ਦੇ ਵਿੱਚ ਆਪਾਂ ਗੱਲ ਕਰਦੇ ਹਾਂ बेटा। सो रिलेशनशिप बिटवीन थर्मोडायनामिकल प्रोबेबिलिटी एंड प्रोबेबिलिटी ऑफ मैक्रो एंड माइक्रोस्टेट्स। सो प्रोबेबिलिटी और अपने को की है बेटा इक्विलिब्रियरी प्रोबेबिलिटी ਦੀ ਆਪਾਂ ਗੱਲ कर रहे हैं, इस करके की हो जाएगा इक्विलिब्रियरी प्रोबेबिलिटी विल बी इक्वल टू दी 1 डिवाइडेड बाय टोटल नंबर ऑफ माइक्रोस्टेट्स। तो जस्ट लाइक जिस तरह पहले लिखा सी 1/8 ਜਾਂ 1/4। सो सिस्टम ਦੇ ਲਈ अगर जिस तरह ਆਪਾਂ 3 पार्टिकल्स इन 2 बॉक्सेस डिस्ट्रीब्यूट ਕੀਤੇ ਸੀ ਤਾਂ ਆਪਣੇ ਕੋਲ ਨੰਬਰ ਆਫ ਮਾਈਕਰੋਸਟੇਟਸ वर 2⁻³ = 8। तो थर्मो अपने को इक्विलिब्रियरी प्रोबेबिलिटी की होगी, अगर 8 माइक्रोस्टेट्स है तो 1/8 होना दी अपने को इक्विलिब्रियरी प्रोबेबिलिटी होगी, बिकॉज़ 8 माइक्रोस्टेट्स के कॉरस्पॉन्डिंग टोटल प्रोबेबिलिटी कितनी होनी चाहिए है 1। तो अगर एक की प्रोबेबिलिटी कंसीडर करिए तो 1/8 आएगी। सो प्रोबेबिलिटी ऑफ ए मैक्रोस्टेट इज गिवन बाय number of microstates in the given macrostate divided by the total number of microstates of that system। so macrostate ਜਿਹੜੀ ਹੈ ਉਹਦੇ ਵਿੱਚ ਕਿੰਨੀਆਂ microstates ਬਣਦੀਆਂ ਉਹਨੂੰ ਉਹ ਆਪਣੇ ਕੀ ਹੋਏਗਾ favorable event divided by the total number of events। तो the corresponding क्या आएगा number of microstates in the macrostate, मतलब ये अपना favorable केस हो गया divided by total number of microstates, but the number of microstates in the given macrostate is called the thermodynamical probability। सो नंबर ऑफ माइक्रोस्टेट्स ਜਿਹੜੀ ਹੈ किसी माइक्रोस्टेट्स कितनी है ਉਹਨੂੰ ਆਪਾਂ W ਨਾਲ ਰਿਪਰੈਜ਼ੈਂਟ ਕੀਤਾ ਹੈ, ਜਿਹੜੀ ਆਪਣੇ ਕੋਲ ਫਾਈਨਲ ਰਿਜ਼ਲਟ ਬਣ ਜਾਏਗਾ। ਸੋ P will be equal to W multiplied by P ਦੇ ਬਰਾਬਰ ਆ ਜਾਏਗਾ स्मॉल p। तो ये ਤੁਹਾਨੂੰ ਇਹ ਕੀ ਹੈ ਬੇਟਾ ਇਕੁਇਲਿਬ੍ਰਿयरी प्रोबेबिलिटी ਦੇ ਬਰਾਬਰ ਹੈ। ਸੋ ਇਹ ਵਾਲਾ ਐਕਸਪ੍ਰੈਸ਼ਨ ਹਮੇਸ਼ਾ ਯਾਦ ਰੱਖਣਾ ਹੈ, प्रोबेबिलिटी ऑफ द मैक्रोस्टेट इज इक्वल टू थर्मोडायनामिकल प्रोबेबिलिटी मल्टीप्लाइड बाय द प्रोबेबिलिटी ऑफ ईच माइक्रोस्टेट।
सो सिग्निफिकेंस ऑफ द मैक्रोस्टेट्स की होएगा It is found that properties of the system depend upon the number of particles in the various compartments of the system. So properties ਜਿਹੜੀਆਂ ਤਾਂ ਪੂਰੇ ਦੇ number of particles in the various compartments ਕਿੰਨੇ ਕਿੰਨੇ distribute ਕੀਤੇ ਹੋਏ ਆ ਉੱਤੇ ਡਿਪੈਂਡ ਕਰਨੀ ਹੈ. Therefore, knowledge of the macrostates is essential for the describing the behavior of the system. So जब तक ਆਪਾਂ ਨੂੰ macrostate ਦਾ ਨਹੀਂ ਪਤਾ ਹੋਏਗਾ ਆਪਾਂ ਉਹਦੀ properties study नहीं कर सकते. So it will be explained that the compartments may be specified in terms of their some property of the system such as energy, momentum or etc. ਹੁਣ ਜਿਹੜੇ ਆਪਾਂ ਕੰਪਾਰਟਮੈਂਟ ਦੀ ਗੱਲ ਕਰਦੇ ਹਾਂ it can be in the terms of energy, momentum. ਹੁਣ ਆਪਾਂ એનર્ਜੀ ਨਾਲ ਕਿਸ ਤਰ੍ਹਾਂ ਲਿਖ ਸਕਦੇ ਹਾਂ energy can be related to a compartment. ਕੰਪਾਰਟਮੈਂਟ ਕਿਸ ਤਰ੍ਹਾਂ ਇੱਕ ਕੰਪਾਰਟਮੈਂਟ ਹੈ ਜਿਸ ਦੇ ਵਿੱਚ એનર્ਜੀ ਜਿਹੜੀ ਹੈ 50 ਜਾਊਲ 15 ਮਾਈਕਰੋ ਜਾਊਲ ਹੈ फिर 15 माइक्रो जाउल ਦੇ ਕੋਰਸਪੋਂਡਿੰਗ ਕਿੰਨੀਆਂ ਮਾਈਕਰੋਸਟੇਟ ਐਂਡ ਕਿੰਨੀਆਂ ਮਾਈਕਰੋਸਟੇਟਸ ਬਣ ਸਕਦੀ ਹੈ ਸੋ ਕਿੰਨੇ ਪਾਰਟੀਕਲ ਹੋਣਗੇ ਜਿਨ੍ਹਾਂ ਦੀ એનર્ਜੀ 15 ਮਾਈਕਰੋ ਜਾउल ਦੇ ਬਰਾਬਰ ਹੋਏਗੀ ਉਹ ਸਾਰਾ ਆਪਾਂ ਰਿਜ਼ਲਟ ਬਣਾ ਸਕਦੇ ਹਾਂ ਉਹਦੀ ਕੋਰਸਪੋਂਡਿੰਗ ਆਪਾਂ ਸਟੈਟਿਸਟੀਕਲ ਮਕੈਨਿਕਸ ਨੂੰ ਸਟੱਡੀ ਕਰ ਸਕਦੇ ਹਾਂ ਸਪੋਜ਼ ਦੀ ਟੂ ਕੰਪਾਰਟਮੈਂਟਸ differ with regard to energy of the particles in them so ਆਪਣੇ ਕੋਲ ਜਿਹੜੇ ਦੋ ਕੰਪਾਰਟਮੈਂਟ ਹੈ ਉਹਦੇ ਜਿਹੜੇ ਪਾਰਟੀਕਲ ਹੈ ਉਹ ਪਾਰਟੀਕਲ ਦੀ એનર્ਜੀ different ਹੈਗੀ ਹੈ let each particle in the compartment when has energy equal to 5 microjoule मतलब ਕੀ ਹੈ ਹਰ ਇੱਕ ਪਾਰਟੀਕਲ ਦੀ એનર્ਜੀ 5 microjoule ਹੈ and particle compartment 2 ਜਿਹੜਾ ਹੈ ਉਹਦੇ ਵਿੱਚ ਜਿਹੜੇ ਪਾਰਟੀਕਲ ਬੈਠੇ ਹੋਏ ਹੈ ਉਹਦੀ ਜਿਹੜੀ એનર્ਜੀ ਹੈ that is 10 microjoule if the system consists of 3 particles अगर ਤੁਹਾਡੇ ਕੋਲ system 3 particles है then the energies of the system in different macrostates will be written as 3, 0 अपने को 2, 1, 1, 2 and 0, 3 अपने को number of macrostates ਦਿੱਤੀਆਂ ਹੋਈਆਂ corresponding to 3 particles in 2 boxes ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਬਣੇਗਾ ਆਪਣੇ ਕੋਲ 3 ਪਾਰਟੀਕਲ ਹੈ ਬੇਟਾ ਮੈਕਰੋਸਟੇਟ ਦੇ ਵਿੱਚ मतलब फर्स्ट बॉक्स ਦੇ ਵਿੱਚ 3 ਪਾਰਟੀਕਲ ਹੈ ਹਰ ਇੱਕ ਪਾਰਟੀਕਲ ਦੀ એનર્ਜੀ ਕਿੰਨੀ ਹੈ 5 ਮਾਈਕਰੋਜਾਊਲ ਤਾਂ 3 5 15 ਮਾਈਕਰੋਜਾਊਲ ਟੋਟਲ ਆ ਜਾਏਗੀ ਉਸ ਤੋਂ ਬਾਅਦ ਬੇਟਾ ਆਪਣੇ ਕੋਲ ਕੀ ਹੈ ਸੈਕ 2 ਦਾ ਕੇਸ ਹੈ ਪਹਿਲੇ ਬਾਕਸ ਵਿੱਚ 2 ਪਾਰਟੀਕਲ ਦੂਸਰੇ ਬਾਕਸ ਵਿੱਚ 1 ਪਾਰਟੀਕਲ ਐਂਡ ਪਹਿਲੇ ਪਾਰਟੀਕਲ ਜਿਹੜਾ ਪਹਿਲਾ ਪਾਰਟੀਕਲ ਪਹਿਲੇ ਬਾਕਸ ਦੇ ਵਿੱਚ ਜਿਹੜੀ એનર્ਜੀ ਹੋਏਗੀ that is 5 ਮਾਈਕਰੋਜਾਊਲ ਸੋ 5 2 10 ਹੋ ਗਿਆ ਬੇਟਾ 1 10 ਕਿੰਨਾ ਹੋ ਗਿਆ ਬੇਟਾ 10 plus 10 20 माइक्रोजूल हो गया so 1,2 यानी 5 माइक्रोजूल यदि कितना हो गया बेटा 10 into 2 it will be 20 so 25 माइक्रोजूल यानी एक केस में 30 माइक्रोजूल के बराबर आ जाएगा so इस दे कॉरस्पॉन्डिंग अपने को क्या आएगा बेटा ये अपने को रिजल्ट बना के रखे हुए है बेटा so since the thermodynamical probability of the macrostate 2 into 1 and 1 into 2 are larger than those of 0, 3 and 0, 3, 0. Therefore, the system has more chances of having energy 20 microjoule or 25 microjoule than the 15 microjoule or 30 microjoule cases. तो ये कहने का मतलब ये है कि बेटा कि अगर आपने कोई सिस्टम है सिस्टम ਵਿੱਚ ਜਿਸ ਸਟੇਟ ਦੀਆਂ ਜਿਸ ਮੈਕਰੋ ਸਟੇਟ ਦੇ ਲਈ ਨੰਬਰ ਆਫ ਮਾਈਕਰੋ ਸਟੇਟਸ ਜ਼ਿਆਦਾ ਹੋਣਗੀਆਂ ਜਿੰਨੀਆਂ ਜ਼ਿਆਦਾ ਹੋਣਗੀਆਂ ਉਹ ਸਿਸਟਮ ਉਸ ਸਟੇਟ ਦੇ ਵਿੱਚ ਉਨਾ ਹੀ ਜ਼ਿਆਦਾ ਪ੍ਰੋਬੇਬਿਲਿਟੀ ਦੇ ਨਾਲ ਹੋਲਡ ਕਰੇਗਾ ਮਤਲਬ ਅਗਰ ਆਪਣੇ ਕੋਲ ਦੋ मैक्रो स्टेट बनी हुई है एक के नीचे नंबर ऑफ मैक्रो स्टेट्स 15 है दूसरे दी कोरस्पोंडिंग नंबर ऑफ मैक्रो स्टेट्स 25 है तो 25 वाले केस दे ਲਈ ਤਾਂ ਆਪਣੇ ਕੋਲ ਜਿਹੜੀ ਪ੍ਰੋਬੇਬਿਲਿਟੀ ਜ਼ਿਆਦਾ ਹੋਏਗੀ ਕਿ ਆਪਣਾ ਜਿਹੜਾ ਸਿਸਟਮ ਹੈ ਉਹ 25 ਵਾਲੀ ਮੈਕਰੋ ਸਟੇਟਸ ਜਿਹਦੇ ਵਿੱਚ ਐਗਜ਼ਿਸਟ ਕਰਦੀਆਂ ਉਸ ਸਟੇਟ ਦੇ ਵਿੱਚ ਜ਼ਿਆਦਾ ਐਗਜ਼ਿਸਟ ਕਰੇਗਾ ਹੁਣ ਇਸ ਕੇਸ ਦੇ ਵਿੱਚ ਕੀ ਹੈ 30 and 03 ਵਾਲਾ ਕੇਸ ਦੇ ਵਿੱਚ ਨੰਬਰ ਆਫ ਮਾਈਕਰੋ ਸਟੇਟਸ ਕਿੰਨੀ ਹੈ 11 ਇਸ ਕੇਸ ਦੇ ਵਿੱਚ 4 ਹੈ ਇਸ ਕੇਸ ਦੇ ਵਿੱਚ ਵੀ 4 ਹੈ ਤਾਂ ਆਪਣੇ ਕੋਲ ਕੀ ਪ੍ਰੋਬੇਬਿਲਿਟੀ ਹੋਏਗੀ ਬੇਟਾ ਅਲਟੀਮੇਟਲੀ ਆਪਣੇ ਕੋਲ एनर्जी कितनी हो जाएगी एनर्जी दे होने की प्रोबेबिलिटी आएगी 20 और 25 सो अपने को 15 दे होने की प्रोबेबिलिटी बहुत घट 30 दे होने की प्रोबेबिलिटी बहुत घट हो जाएगी सो इस करके अपने को ਜਿਹੜਾ फाइनल रिजल्ट है ਇਹਦੇ अकॉर्डिंग बनेगा ठीक है जी रिमार्क इट मे बी मेंशनड हियर दैट the above example is crude simple illustration of is describing the behavior of the system so ये सिंपल से रिमार्क देती हुई कुछ नहीं है इसमें for permutations and combinations परम्यूटेशन एंड कॉम्बिनेशन ਤੁਸੀਂ ਆਲरेडी ਪੜਿਆ ਹੈ ਬੇਟਾ ਪਲੱਸ 2 ਵਿੱਚ ਵਰਡ परम्यूटेशन ਵੀ ਕੀ ਹੁੰਦਾ ਬੇਟਾ ਅਗਰ ਆਪਣੇ ਕੋਲ ਚਾਰ ਚੇਅਰਸ ਪਈਆਂ ਹੋਈਆਂ ਆਪਣੇ ਕੋਲ ਟੇਬਲ ਦੇ ਨਾਲ ਤਾਂ ਚਾਰ ਚੇਅਰਸ ਜਿਹੜੀਆਂ ਹੈਗੀਆਂ ਕਿਸ ਤਰ੍ਹਾਂ ਰੀਅਰੇਂਜ ਹੋ ਸਕਦੀਆਂ ਉਹਦਾ ਅਰੇਂਜਮੈਂਟ ਹੈ ਤੇ ਵਰਡ ਕੰਬੀਨੇਸ਼ਨ ਕੀ ਹੈ ਆਪਾਂ ਉਹਨਾਂ ਨੂੰ ਕੰਬੀਨੇਸ਼ਨ ਵਿੱਚ ਕੀ ਕਰਦੇ ਹਾਂ ਆਪਾਂ ਚਾਰਾਂ ਦੇ ਵਿੱਚੋਂ ਇੱਕ ਕਿੱਦਾਂ ਚੂਜ਼ ਕਰ ਸਕਦੇ ਹਾਂ ਉਹ ਵਾਲਾ ਕੰਬੀਨੇਸ਼ਨ ਹੈ ਤੁਸੀਂ ਚਾਰਾਂ ਦਾ ਆਪਸ ਵਿੱਚ ਅਰੇਂਜਮੈਂਟ ਕਰੋਗੇ ਤਾਂ ਚਾਰਾਂ ਨੂੰ ਆਪਸ ਵਿੱਚ ਅਰੇਂਜ ਕਰੋਗੇ ਤਾਂ ਆਪਸ ਵਿੱਚ ਅਰੇਂਜਮੈਂਟ ਹੋਏਗਾ ਅਗਰ ਆਪਾਂ ਪਿਕ ਐਂਡ ਚੂਜ਼ ਦੀ ਗੱਲ ਕਰੀਏ ਚਾਰਾਂ ਵਿੱਚੋਂ ਇੱਕ ਚੂਜ਼ ਕਰਨੀ ਹੈ ਤਾਂ ਉਹਨੂੰ ਆਪਾਂ ਕੰਬੀਨੇਸ਼ਨ ਕਹਾਂਗੇ ठीक है जी तो परम्यूटेशन की है सपोज वी हैव 4 ऑब्जेक्ट्स अपने को 4 ऑब्जेक्ट देते हुए हैं
A, B, C and D. If we take any objects at a time, अगर अपने को एक object अपन choose करिए, then they can be arranged as follows. अपने को की हो सकता है AB हो सकता है, PA हो सकता है, AC हो सकता है, CA, AD and all the combinations are there. तो ये सारे combinations सॉरी permutations possible है, ये सारे available होंगे. So that is in all 12 arrangements are possible. So ये कितना concept आता है ANPR का concept है permutations. So अगर अपने को चार है, चारों के corresponding चारों विचों ਆਪਾਂ एक ही ले सकते हैं at a time. ठीक है जी. In arranging the objects, ordering of their placing is also taken into consideration. मतलब ये है अगर ਆਪਾਂ दो कुर्सी हैं, उन्हें दी arrangement पहला फर्स्ट रखी सी या सेकंड रखी सी, वो भी इतने मैटर करेगा. So AB and BA ਦੇ equivalent नहीं होंगे. Thus permutations refer to the arrangement of n mutually distinguishable objects taking R at a time such that order of their placement is taken into account. So ਇੱਥੇ ਆਪਾਂ ਕੀ ਕੀਤਾ, ਇੱਥੇ ਆਪਾਂ ਚਾਰ ਪਾਰਟੀਕਲ ਨੂੰ ਦੋ ਇੱਕ ਪੇਅਰ ਦੀ ਫਾਰਮ ਦੇ ਵਿੱਚ ਕਲੱਬ ਕਰਨ ਦੀ ਕੋਸ਼ਿਸ਼ ਕੀਤੀ. So taking two at a time, so it will be NPR. So it अपने को किया जाएगा बेटा ਇੱਥੇ 4P into R ਦਾ combination आ जाएगा. So it will be like 4P2 ਦਾ combination आएगा. So चारों ਵਿੱਚੋਂ at a time ਆਪਾਂ दो चेयर कितना place कर सकते हैं. So it will be AB, it will be BA, AC, CA and so on. So we say that four objects can be arranged in 12 ways by taking two objects at a time. So ये combination की हो जाएगा NPR. NPR को कितना लिख दियो बेटा n factorial divided by r n minus r factorial. So इस केस में आप इन्हें हैंडल कर सकते हैं. So इतने की हो जाएगा बेटा 4 factorial और नीचे की आ जाएगा 4 minus 2 that 2 the factorial. So 4 कितना होता है बेटा 4 factorial, it will be आज बीच में की माइनस कर दीजिए. 4 factorial की हो जाएगा 4 3 2 and 1. नीचे की हो जाएगा 2 factorial हो जाएगा 2 into 1. So 2 ना 2 कैसे गया कितना गया 4 into 3 बचा, that will be equal to अपने को 2 into 1 कटेगा अल्टीमेटली 4 into 3 12 के कॉम्बिनेशन के बराबर अपने को आ जाएगा. तो परम्यूटेशन क्या है, परम्यूटेशन हो गया बेटा, उसके बाद अपने को कॉम्बिनेशन आएगा. So कॉम्बिनेशन की है we form groups of objects without paying attention to the order of their placement. ਇਹਦੇ ਵਿੱਚ ਆਪਾਂ ਕੀ ਹੈ ਆਪਾਂ play object ਨੂੰ arrangement ਨਹੀਂ ਦੇਖਦੇ, ਉਹਦੀ placement ਦੇਖਦੇ ਹਾਂ. ਠੀਕ ਹੈ ਜੀ. So thus four objects marked, ਆਪਣੇ ਕੋਲ ਚਾਰ object ਦਿੱਤੇ ਹੈ, ਉਹਨਾਂ ਵਿੱਚੋਂ can be combined by taking two at a time. So ਇਹਨਾਂ ਨੂੰ ਆਪਾਂ combine ਕਰ ਸਕਦੇ ਹਾਂ. ठीक है. ਇਹਦੇ ਵਿੱਚ ਆਪਾਂ ਕੀ ਹੋਏਗਾ म्यूचुअल अरेंजमेंट AB and BA सेपरेट आउट नहीं करांगे, ਆਪਾਂ ਉਹਨਾਂ ਵਿੱਚੋਂ ਦੋ ਹੀ ਚੂਜ਼ ਕਰਕੇ ਸਾਈਡ ਤੇ ਕਰ ਲੈਣੇ. The order of placing the objects is immaterial in combination. So thus BA and AB are same combinations but different permutations. ठीक है जी. तो 4C2 आएगा बेटा, ਇਹਦੇ ਵਿੱਚ ਆਪਾਂ combinations ਲਵਾਂਗੇ rather than permutations. ਇਹਦੇ ਵਿੱਚ ਕੀ ਹੋ ਜਾਏਗਾ NCR. So n factorial divided by n minus r factorial into r factorial. So ਇਹਦੇ ਕੇਸ ਵਿੱਚ 4C2 मतलब आंसर कितना आ जाएगा 6 कॉम्बिनेशन बनेंगे. तो सारे पार्टिकल की स्टडी ਤੁਸੀਂ कर सकते हो, स्टैटिस्टिकल मैकेनिक्स की स्टडी कर सकते हो. ठीक है जी. सो ये चीज ਆਪਾਂ ਲਿਖੀ ਹੋਣੀ ਹੈ. सो NCR ਆਪਾਂ ਨੂੰ ਪਤਾ ਹੈ ਬੇਟਾ, NPR ਵੀ ਆਪਾਂ ਨੂੰ ਪਤਾ ਹੈ. सो NCR is it is equal to ਆ ਚੀਜ਼ ਵਾਲਾ ਫੈਕਟਰ ਜਿਹੜਾ ਹੈ ਇਹ ਆਪਣੇ ਕੋਲ n ਫੈਕਟੋਰੀਅਲ ਬਾय n minus r ਫੈਕਟੋਰੀਅਲ, ਇਹ NPR ਦੇ ਬਰਾਬਰ ਹੋਏਗਾ. ਉਹਨੂੰ r ਫੈਕਟੋਰੀਅਲ ਨਾਲ ਡਿਵਾਈਡ ਕਰ ਦੋ, ਦੋਨਾਂ ਨੂੰ ਇਕੁਏਟ ਕੀਤਾ ਜਾ ਸਕਦਾ ਹੈ ਔਰ ਸਿੰਪਲੀ NPR is equal to NCR into r ਫੈਕਟੋਰੀਅਲ ਦੇ ਬਰਾਬਰ ਹੋ ਜਾਏਗਾ. और ਤੁਸੀਂ ਲਿਖ ਸਕਦੇ ਹੋ ਬੇਟਾ NPN. NPN ਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ, इट विल बी n फैक्टोरियल डिवाइडेड बाय n minus n फैक्टोरियल और n फैक्टोरियल डिवाइडेड बाय 0 फैक्टोरियल. 0 फैक्टोरियल अपने को 1 ਹੁੰਦਾ है एंड n फैक्टोरियल n into n minus 1 n minus 2 and so on the corresponding चलेगा. NPN की जगह n फैक्टोरियल के बराबर आ जाएगा एंड NCN अपने को 1 के बराबर आ जाएगा. तो सिंपल चीजें बेटा, बाकी चीजें ਆਪਾਂ नेक्स्ट टाइम डिस्कस करांगे. तो आज ਦੇ रेट ਦੇ लिए इतने बहुत है कि कॉम्बिनेशन एंड परम्यूटेशन ਜਿਹੜੇ ਹੈ वो अपन किस तरह लगाने. So meaning and meaningless arrangements तो अपन नेक्स्ट टाइम डिस्कस करांगे. तो थैंक यू वेरी मच. अगर डाउट्स वगैरह है तो बता सकते.